ਸਤਿ ਸ਼੍ਰੀ ਅਕਾਲ ਜੀ। ਕਿਤਾਬ ਨਿਰਾਸ਼ਾ ਤੋਂ ਬਚੋ, ਲੇਖਕ ਸਵੇਟ ਮਾਰਟਨ। ਇਸ ਦਾ ਟੌਪਿਕ ਆਤਮਾ ਦੀ ਆਵਾਜ਼। ਤੁਹਾਡੀ ਆਤਮਾ ਦੀ ਆਵਾਜ਼ ਤੋਂ ਵੱਧ ਕੇ ਇਸ ਸੰਸਾਰ ਵਿੱਚ ਕੋਈ ਅਜਿਹਾ ਪ੍ਰਮਾਣ ਨਹੀਂ ਹੈ ਜਿਸ ਨਾਲ ਤੁਸੀਂ ਆਪਣੇ ਕਰਤੱਵ ਜਾਂ ਅਕਰਤੱਵ ਦਾ ਨਿਰਣੇ ਪ੍ਰਾਪਤ ਕਰ ਸਕੋ। ਤੁਸੀਂ ਕੁਝ ਵੀ ਕਰਨ ਜਾ ਰਹੇ ਹੋਵੋ ਅਤੇ ਦੁਵਿਧਾ ਵਿੱਚ ਹੋਵੋ ਕਿ ਕਰੋ ਜਾਂ ਨਾ ਕਰੋ, ਤਾਂ ਕਿਸੇ ਵੀ ਅਸਮੰਜਸ ਵਿੱਚ ਪੈਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਕਿਸੇ ਦੀ ਸਲਾਹ ਜਾਂ ਸਹਿਮਤੀ ਲੈਣ ਦੇ ਚੱਕਰ ਵਿੱਚ ਪਵੋ। ਬਸ ਸਿਰਫ ਆਪਣੇ ਅੰਦਰ ਝਾਕ ਕੇ ਆਪਣੇ ਮਨ ਦੀ ਗੱਲ 'ਤੇ ਕੰਨ ਦਿਓ। ਜੇ ਤੁਹਾਡਾ ਮਨ ਮੰਨੇ ਤਾਂ ਫੌਰਨ ਉਸ ਕੰਮ ਵਿੱਚ ਕੁੱਦ ਪਵੋ, ਮਨ ਨਾ ਮੰਨੇ ਤਾਂ ਨਾ ਕਰੋ। ਆਪਣੇ ਕੀਤੇ ਦੇ ਲਈ ਅਖੀਰ ਤੁਹਾਨੂੰ ਹੀ ਜ਼ਿੰਮੇਵਾਰ ਬਣਨਾ ਹੈ। ਜੇ ਕੋਈ ਕੰਮ ਸਿੱਧਾ ਪੈ ਜਾਂਦਾ ਹੈ ਤਾਂ ਸ਼ਾਬਾਸ਼ੀ ਤੁਹਾਨੂੰ ਮਿਲਦੀ ਹੈ, ਜੇ ਕੋਈ ਕੰਮ ਉਲਟਾ ਪੈ ਗਿਆ ਤਾਂ ਸਭ ਤੁਹਾਨੂੰ ਹੀ ਲਾਹਨਤ ਭੇਜਣਗੇ। ਉਸ ਸਮੇਂ ਇਹ ਕੋਈ ਨਹੀਂ ਸੁਣੇਗਾ ਕਿ ਫਲਾਣੇ ਵਿਅਕਤੀ ਨੇ ਤੁਹਾਨੂੰ ਰਾਏ ਦਿੱਤੀ ਸੀ। ਇਸ ਲਈ ਤੁਸੀਂ ਕਿਉਂ ਨਾ ਆਪਣੇ ਆਪ ਤੋਂ ਹੀ ਰਾਏ ਲਵੋ। ਤੁਹਾਡਾ ਆਪਣਾ ਫੈਸਲਾ ਹੀ ਅੰਤਿਮ ਫੈਸਲਾ ਹੋਵੇ ਅਤੇ ਤੁਹਾਡੇ ਫੈਸਲੇ ਦੇ ਅਨੁਰੂਪ ਹੀ ਤੁਹਾਡਾ ਹਰ ਕੰਮ ਸੰਚਾਲਿਤ ਹੋਵੇ। ਇਸ ਤੋਂ ਚੰਗੀ ਗੱਲ ਕੋਈ ਨਹੀਂ। ਆਪਣੇ ਮਨ ਦੀ ਗੱਲ ਮੰਨ ਕੇ ਤੁਸੀਂ ਜੇ ਕੋਈ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਬਸ ਉਸੇ ਵਿੱਚ ਜੁਟੇ ਰਹੋ। ਇਸ ਗੱਲ ਦੀ ਚਿੰਤਾ ਨਾ ਕਰੋ ਕਿ ਕੋਈ ਕੀ ਕਹਿੰਦਾ ਹੈ। ਹੋ ਸਕਦਾ ਹੈ ਕੁਝ ਲੋਕ ਤੁਹਾਡੀ ਬੁਰਾਈ ਕਰਨ ਲੱਗਣ, ਪਰੰਤੂ ਕਿਸੇ ਦੇ ਦੁਆਰਾ ਹੋਣ ਵਾਲੀ ਪ੍ਰਸ਼ੰਸਾ ਜਾਂ ਬੁਰਾਈ ਤੋਂ ਪ੍ਰਭਾਵਿਤ ਹੋਏ ਬਿਨਾਂ ਆਪਣਾ ਕੰਮ ਜੀ ਜਾਨ ਨਾਲ ਕਰਦੇ ਜਾਵੋ। ਤੁਸੀਂ ਜੇ ਅਸਫਲ ਵੀ ਹੋ ਜਾਵੋਗੇ ਤਾਂ ਵੀ ਤੁਹਾਨੂੰ ਆਤਮਗਲਾਨੀ ਨਹੀਂ ਹੋਵੇਗੀ ਅਤੇ ਤੁਹਾਨੂੰ ਆਪਣੀ ਅਸਫਲਤਾ ਵਿੱਚ ਵੀ ਇੱਕ ਖਾਸ ਪ੍ਰਕਾਰ ਦਾ ਸੰਤੋਸ਼ ਰਹੇਗਾ। ਪਰੰਤੂ ਜੇ ਆਪਣੀ ਆਤਮਾ ਦੀ ਆਵਾਜ਼ ਦੇ ਉਲਟ ਚੱਲ ਕੇ ਤੁਸੀਂ ਸਫਲਤਾ ਪ੍ਰਾਪਤ ਕਰ ਲਈ ਹੈ, ਧਨ ਦੌਲਤ ਅਤੇ ਨਾਂ ਅਤੇ ਮਾਣ ਕਮਾ ਲਿਆ ਹੈ, ਤਾਂ ਵੀ ਤੁਹਾਨੂੰ ਹਰ ਸਮੇਂ ਇੱਕ ਬੇਨਾਮ ਜਿਹੀ ਬੇਚੈਨੀ ਕੁੰਹਦੀ ਰਹੇਗੀ। ਤੁਸੀਂ ਹਰ ਸਮੇਂ ਇੱਕ ਅਦਭੁਤ ਜਿਹੀ ਆਤਮ ਗਲਾਨੀ ਵਿੱਚ ਗਲਦੇ ਰਹੋਗੇ। ਹੋ ਸਕਦਾ ਹੈ ਕਿ ਭੁੱਖੇ ਨੰਗੇ ਲੋਕਾਂ ਨੂੰ ਦੇਖ ਕੇ ਤੁਹਾਡੀ ਆਤਮਾ ਤੁਹਾਨੂੰ ਕੋਸਣ ਲੱਗੇ ਕਿ ਇਹਨਾਂ ਹੀ ਗਰੀਬਾਂ ਦਾ ਮੂੰਹ ਦੇ ਕੌਰ ਖੋਹ ਕੇ ਤੁਸੀਂ ਆਪਣੀ ਤਿਜੋਰੀਆਂ ਭਰੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਕਿਸੇ ਮਰਦੇ ਹੋਏ ਰੋਗੀ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਇਹ ਵਿਚਾਰ ਉੱਠ ਆਵੇ ਕਿ ਇਸ ਦੀ ਮੌਤ ਅੱਜ ਮੇਰੇ ਕਾਰਨ ਹੋ ਰਹੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਤੁਸੀਂ ਹਰਦਮ ਪਰੇਸ਼ਾਨ ਰਹੋਗੇ ਅਤੇ ਉਸ ਸਮੇਂ ਗਰੀਬਾਂ ਦੇ ਲਈ ਲੰਗਰ ਖੋਲ੍ਹਣ ਅਤੇ ਧਰਮਾਰਥ ਦਵਾਖਾਨਾ ਚਲਾ ਕੇ ਵੀ ਸ਼ਾਇਦ ਤੁਸੀਂ ਮਨ ਦੀ ਸ਼ਾਂਤੀ ਨਾ ਪਾ ਸਕੋ। ਮੈਂ ਐਸੇ ਧਨੀ ਵਿਅਕਤੀ ਵੀ ਦੇਖੇ ਹਨ ਜਿਨ੍ਹਾਂ ਨੂੰ ਨਾ ਤਾਂ ਭੁੱਖ ਲੱਗਦੀ ਹੈ, ਨਾ ਰਾਤ ਭਰ ਨੀਂਦ ਆਉਂਦੀ ਹੈ ਅਤੇ ਉਹ ਲੇਟੇ ਹੜਬੜਾ ਕੇ ਉੱਠ ਬੈਠਦੇ ਹਨ। ਇੱਕ ਬਹੁਤ ਵੱਡੇ ਉਦਯੋਗਪਤੀ ਨੂੰ ਤਾਂ ਮੈਂ ਰਾਤ ਦੇ ਸਮੇਂ ਰਿਵਾਲਵਰ ਸਿਰਹਾਣੇ ਹੇਠਾਂ ਰੱਖ ਕੇ ਸੌਂਦਿਆਂ ਦੇਖਿਆ ਹੈ ਅਤੇ ਅਕਸਰ ਉਸ ਨੂੰ ਹੱਥ ਵਿੱਚ ਰਿਵਾਲਵਰ ਪਕੜੀ ਰਾਤ ਭਰ ਆਪਣੇ ਕਮਰੇ ਵਿੱਚ ਟਹਿਲਦੇ ਦੇਖਿਆ ਹੈ। ਅਜਿਹੇ ਲੋਕਾਂ ਦਾ ਜੀਵਨ ਦੇਖ ਕੇ ਤਰਸ ਆਉਂਦਾ ਹੈ ਕਿ ਇੰਨੀ ਦੌਲਤ ਇਹਨਾਂ ਦੇ ਕਿਸ ਕੰਮ ਦੀ। ਨਾ ਤਾਂ ਇਹ ਖਾ ਸਕਦੇ ਹਨ ਤੇ ਨਾ ਹੀ ਚੈਨ ਨਾਲ ਸੌਂ ਸਕਦੇ ਹਨ। ਆਤਮਾ ਦੀ ਮਨਜ਼ੂਰੀ ਪ੍ਰਾਪਤ ਕਰਨ ਦੇ ਲਈ ਇਮਾਨਦਾਰੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਮਾਨਦਾਰੀ ਨਹੀਂ ਵਰਤੋਗੇ ਤਾਂ ਆਤਮਾ ਦੀ ਮਨਜ਼ੂਰੀ ਨਹੀਂ ਮਿਲੇਗੀ। ਬੇਈਮਾਨ ਆਦਮੀ ਨੂੰ ਉਸ ਦੀ ਆਤਮਾ ਹਰ ਸਮੇਂ ਕੋਸਦੀ ਰਹਿੰਦੀ ਹੈ, ਲੇਕਿਨ ਉਹ ਆਪਣੀ ਆਤਮਾ ਦੀਆਂ ਫਟਕਾਰਾਂ ਸੁਣਨ ਦਾ ਆਦੀ ਹੋ ਚੁੱਕਾ ਹੁੰਦਾ ਹੈ ਅਤੇ ਛੋਟੇ-ਮੋਟੇ ਲਾਭਾਂ ਦੇ ਲਈ ਆਪਣੀ ਆਤਮਾ ਨੂੰ ਵੇਚਦਾ ਫਿਰਦਾ ਹੈ। ਪਰੰਤੂ ਇਹਦਾ ਇਹ ਅਰਥ ਨਹੀਂ ਕਿ ਉਹ ਸੁਖੀ ਰਹਿ ਪਾਉਂਦਾ ਹੈ। ਇੱਕ ਪਲ ਲਈ ਵੀ ਵਾਸਤਵਿਕ ਸ਼ਾਂਤੀ ਉਸ ਨੂੰ ਨਸੀਬ ਨਹੀਂ ਹੁੰਦੀ। ਪਰੰਤੂ ਜੇ ਕੋਈ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਚੱਲਦਾ ਹੈ, ਉਹ ਚਾਹੇ ਜੋ ਵੀ ਖੋਹ ਦੇਵੇ ਫਿਰ ਵੀ ਅਮੀਰ ਰਹਿੰਦਾ ਹੈ, ਕਿਉਂਕਿ ਉਸ ਦੇ ਕੋਲ ਖੁਸ਼ੀ ਦਾ ਖਜ਼ਾਨਾ ਰਹਿੰਦਾ ਹੈ। ਤੁਸੀਂ ਚਾਹੇ ਕਮਾ ਲਵੋ ਚਾਹੇ ਖੋਹ ਦੇਵੋ, ਵਧੀਆ ਬੰਗਲੇ ਵਿੱਚ ਰਹੋ ਜਾਂ ਝੌਂਪੜੀ ਵਿੱਚ ਰਹੋ, ਕੀਮਤੀ ਕੱਪੜੇ ਪਹਿਨੋ ਜਾਂ ਚੀਥੜੇ, ਮੋਟਰਾਂ ਵਿੱਚ ਚੱਲੋ ਜਾਂ ਪੈਦਲ, ਦੋਸਤਾਂ ਵਿੱਚ ਘਿਰੇ ਰਹੋ ਜਾਂ ਇਕੱਲੇ, ਲੋਕ ਤੁਹਾਨੂੰ ਪਿਆਰ ਕਰਨ ਜਾਂ ਨਫ਼ਰਤ, ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਡਾ ਮਨ ਸਾਫ਼ ਹੈ ਅਤੇ ਤੁਸੀਂ ਆਪਣੀ ਆਤਮਾ ਦੀ ਮਨਜ਼ੂਰੀ ਲੈ ਕੇ ਹੀ ਹਰ ਕੰਮ ਕਰਨ ਦਾ ਅਭਿਆਸ ਕਰ ਚੁੱਕੇ ਹੋ, ਤੁਸੀਂ ਹਰ ਸਥਿਤੀ ਵਿੱਚ ਪ੍ਰਸੰਨ ਰਹੋਗੇ ਅਤੇ ਜੀਵਨ ਵਿੱਚ ਪ੍ਰਸੰਨਤਾ ਤੋਂ ਵੱਡੀ ਕੋਈ ਸਫਲਤਾ ਨਹੀਂ। ਤੁਸੀਂ ਚਾਹੇ ਜਿੰਨਾ ਵੀ ਛੁਪ ਕੇ ਕੋਈ ਕੁਕਰਮ ਕਰੋ ਅਤੇ ਚਾਹੇ ਤੁਹਾਨੂੰ ਦੁਨੀਆ ਦਾ ਕੋਈ ਵੀ ਪ੍ਰਾਣੀ ਨਾ ਦੇਖ ਰਿਹਾ ਹੋਵੇ, ਲੇਕਿਨ ਤੁਹਾਨੂੰ ਤੁਹਾਡੀ ਆਤਮਾ ਤਾਂ ਦੇਖ ਹੀ ਰਹੀ ਹੁੰਦੀ ਹੈ।
ਇਸ ਲਈ ਫਿਰ ਵੀ ਜੇ ਤੁਸੀਂ ਕੋਈ ਬੁਰਾ ਕੰਮ ਕਰ ਜਾਂਦੇ ਹੋ ਤਾਂ ਸਪਸ਼ਟ ਹੈ ਕਿ ਤੁਸੀਂ ਆਪਣੀ ਆਤਮਾ ਦਾ ਅਪਮਾਨ ਕਰਕੇ ਹੀ ਉਹ ਕੰਮ ਕੀਤਾ ਹੈ ਅਤੇ ਆਤਮਾ ਆਪਣੇ ਅਪਮਾਨ ਦਾ ਬਦਲਾ ਤੁਹਾਤੋਂ ਲੈ ਕੇ ਰਹਿੰਦੀ ਹੈ। ਤੁਹਾਨੂੰ ਲਗਾਤਾਰ ਬੇਚੈਨ ਰੱਖ ਕੇ ਅਤੇ ਤੁਹਾਨੂੰ ਆਪਣੀਆਂ ਨਜ਼ਰਾਂ ਵਿੱਚ ਗਿਰਾ ਕੇ। ਕਿਸੇ ਵੀ ਸਵਸਥ, ਯੋਗ ਅਤੇ ਪੜ੍ਹੇ ਲਿਖੇ ਵਿਅਕਤੀ ਨੂੰ ਜਦੋਂ ਮੈਂ ਬੇਈਮਾਨੀ ਨਾਲ ਪੈਸੇ ਕਮਾਉਂਦਾ ਦੇਖਦਾ ਹਾਂ ਤਾਂ ਮੈਨੂੰ ਉਸ ਉੱਤੇ ਤਰਸ ਆਏ ਬਿਨਾਂ ਨਹੀਂ ਰਹਿੰਦਾ। ਸਮਝ ਵਿੱਚ ਨਹੀਂ ਆਉਂਦਾ ਕਿ ਲੋਕ ਇਮਾਨਦਾਰੀ ਨਾਲ ਰੋਟੀ ਕਮਾਉਣਾ ਕਿਉਂ ਨਹੀਂ ਚਾਹੁੰਦੇ। ਕਿਉਂ ਉਹ ਐਸੇ ਧੰਦਿਆਂ ਵਿੱਚ ਪੈ ਜਾਂਦੇ ਹਨ ਜਿਨ੍ਹਾਂ ਵਿੱਚ ਉਲਝ ਕੇ ਚਰਿੱਤਰ ਦਾ ਵਿਨਾਸ਼ ਹੋ ਜਾਂਦਾ ਹੈ ਅਤੇ ਆਤਮਾ ਮਰ ਜਾਂਦੀ ਹੈ। ਆਤਮਾ ਨੂੰ ਮਾਰ ਕੇ ਜੀਣ ਵਾਲੇ ਮਨੁੱਖ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਮੈਂ ਤਾਂ ਸਮਝਦਾ ਹਾਂ ਕਿ ਮਨੁੱਖ ਦਾ ਕੰਮ ਧੰਦਾ ਰੋਟੀ ਕਮਾਉਣ ਦੇ ਉਦੇਸ਼ ਨਾਲ ਨਾ ਹੋ ਕੇ ਉਸ ਨੂੰ ਵਾਸਤਵ ਵਿੱਚ ਮਨੁੱਖ ਬਣਾਉਣ ਦੇ ਉਦੇਸ਼ ਨਾਲ ਚੁਣਿਆ ਜਾਣਾ ਚਾਹੀਦਾ ਹੈ। ਜਦੋਂ ਆਜੀਵਕਾ ਦਾ ਸਾਧਨ ਮਨੁੱਖਤਾ ਪ੍ਰਾਪਤ ਕਰਨ ਦਾ ਸਾਧਨ ਵੀ ਬਣ ਜਾਵੇਗਾ, ਉਸੇ ਦਿਨ ਤੋਂ ਅਸੀਂ ਸਹੀ ਮਨੁੱਖ ਦਾ ਜੀਵਨ ਜੀਣਾ ਸ਼ੁਰੂ ਕਰਾਂਗੇ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਲੈਸਨ ਖਤਮ ਹੁੰਦਾ ਹੈ।